TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਰੂਸਵਾਦ ਚੀਨ ਨੇ ਮਾਰਿਆ ਲਲਕਾਰਾ, ਆਲਮੀ ਸ਼ਾਂਤੀ ਲਈ ਪੈਦਾ ਹੋਇਆ ਖਤਰਾ। ਖੌਫਨਾਕ ਦਾਸਤਾਂ 6 ਮਹੀਨੇ ਵਿੱਚ ਦੂਸਰੀ ਵਾਰ ਉਜੜਨਾ ਪਿਆ। ਮਲਕ ਵੱਲੋਂ ਕਿਸਾਨਾਂ ਨੂੰ ਕੇਂਦਰ ਦੀ ਸਰਕਾਰ ਬਦਲਣ ਦਾ ਸੱਦਾ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਪੈਣਗੀਆਂ ਵੋਟਾਂ। ਨਤੀਜੇ ਜੋ ਮਰਜ਼ੀ ਹੋਣ, ਭਾਜਪਾ ਨੇ ਪੰਜਾਬ ਲਈ ਕੀਤਾ ਪਲਾਨ ਤਿਆਰ। ਅਤੇ ਪੰਜਾਬ 'ਚ ਚੋਣ ਨਤੀਜਿਆਂ ਤੋਂ ਬਾਅਦ ਜੇਕਰ ਕਿਸੇ ਦੀ ਗੱਲ ਨਾ ਬਣੀ ਤਾਂ ਕੌਣ ਕਿਹਦੇ ਨਾਲ ਕਰ ਸਕਦਾ ਹੈ ਗੱਠਜੋੜ, ਕਰਾਂਗੇ ਵਿਸਥਾਰ ਨਾਲ ਗੱਲ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਵਿਸਥਾਰ ਦੇ ਨਾਲ ਇਹਨਾਂ ਤੇ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਵਿਸਥਾਰ ਦੇ ਨਾਲ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ, ਘਟਨਾਵਾਂ ਦੇ ਉੱਤੇ ਗੱਲਬਾਤ ਕਰੀਏ। ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ, ਪੂਰੇ 12 ਦਿਨ ਹੋ ਗਏ। ਹੁਣ ਇਸ ਹੀ ਜੰਗ ਦੇ ਦੌਰਾਨ ਇੱਕ ਹੋਰ ਖਦਸ਼ਾ ਪ੍ਰਗਟਾਇਆ ਜਾਣ ਲੱਗ ਪਿਆ ਕਿ ਚੀਨ ਇਸ ਜੰਗ ਦਾ ਫਾਇਦਾ ਉਠਾ ਸਕਦਾ ਹੈ। ਚੀਨ ਤਾਈਵਾਨ ਤੇ ਹਮਲਾ ਕਰ ਸਕਦਾ ਹੈ। ਇਹਨਾਂ ਖਦਸ਼ਿਆਂ ਦੇ ਵਿਚਕਾਰ ਚੀਨ ਦੇ ਵਿਦੇਸ਼ ਮੰਤਰੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਨੂੰ ਬਹੁਤ ਗੌਰ ਨਾਲ ਵਿਚਾਰਿਆ ਜਾ ਰਿਹਾ ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੀਨ ਦੀ ਮਨਸ਼ਾ ਕੀ ਹੈ, ਇਸ ਬਿਆਨ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਤਾਈਵਾਨ ਚੀਨ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਆਖਰਕਾਰ ਮਾਤ ਭੂਮੀ ਦੀਆਂ ਬਾਹਾਂ ਵਿੱਚ ਉਹ ਵਾਪਸ ਆ ਜਾਵੇਗਾ। ਚੀਨ ਦੇ ਇਸ ਬਿਆਨ ਨੇ ਕੌਮਾਂਤਰੀ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਖਬਰ ਏਜੰਸੀ IANS ਦੀ ਰਿਪੋਰਟ ਦੇ ਮੁਤਾਬਕ ਚੀਨੀ ਵਿਦੇਸ਼ ਮੰਤਰੀ ਨੇ ਆਖਿਆ ਕਿ ਅਮਰੀਕਾ ਦੀਆਂ ਕੁਝ ਤਾਕਤਾਂ ਤਾਈਵਾਨ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਇਹ ਇੱਕ ਚੀਨ ਨੀਤੀ ਲਈ ਚੁਣੌਤੀਆਂ ਪੇਸ਼ ਕਰਨ ਵਰਗਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਨੂੰ ਕੰਟਰੋਲ ਕਰਨ ਲਈ ਤਾਈਵਾਨ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਣਗੀਆਂ। ਚੀਨ ਅਮਰੀਕਾ ਦੇ ਵੱਧਦੇ ਦਬਾਅ ਦੇ ਖਿਲਾਫ ਆਪਣੀ ਰਾਸ਼ਟਰੀ ਪ੍ਰਭੂਸੱਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗਾ। ਚੀਨ ਇਸ ਦੇ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਰਹੇਗਾ। ਇਸ ਦੇ ਨਾਲ ਹੀ ਤਾਈਵਾਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਹਮਲਾਵਰਾਂ ਖਿਲਾਫ ਲੜ ਰਹੇ ਯੂਕਰੇਨੀਆਂ ਨੇ ਤਾਈਵਾਨ ਦੇ ਲੋਕਾਂ ਨੂੰ ਪ੍ਰੇਰਿਤ ਜ਼ਰੂਰ ਕੀਤਾ ਹੈ। ਹੌਸਲਾ ਮਿਲਿਆ ਸਾਨੂੰ, ਯੂਕਰੇਨ ਦੇ ਲੋਕ ਜਿਸ ਤਰੀਕੇ ਨਾਲ ਰੂਸ ਦੇ ਖਿਲਾਫ ਲੜ ਰਹੇ ਨੇ। ਇਸੇ ਤਰ੍ਹਾਂ ਖਬਰ ਏਜੰਸੀ ਰਾਈਟਰਸ ਦੀ ਇੱਕ ਰਿਪੋਰਟ ਹੈ, ਉਹਦੇ ਮੁਤਾਬਕ ਜੋਸਫ ਵੂ ਨੇ ਕਿਹਾ ਕਿ ਵੱਡੇ ਦੇਸ਼ ਦੇ ਹਮਲੇ ਦੇ ਬਾਵਜੂਦ ਯੂਕਰੇਨ ਦੀ ਸਰਕਾਰ ਤੇ ਲੋਕ ਬੇਹੱਦ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਲੜ ਰਹੇ ਨੇ। ਉਹਨਾਂ ਕਿਹਾ ਕਿ ਯੂਕਰੇਨੀਅਨ ਲੋਕਾਂ ਨੂੰ ਕਿਹਾ ਕਿ ਤੁਸੀਂ ਵੀ ਤਾਈਵਾਨ ਦੇ ਲੋਕਾਂ ਲਈ ਤਾਨਾਸ਼ਾਹੀ ਧਮਕੀਆਂ ਅਤੇ ਜ਼ਬਰਦਸਤ ਦਾ ਸਾਹਮਣਾ ਕਰਨ ਲਈ ਇੱਕ ਪ੍ਰੇਰਨਾ ਹੋ। ਤਾਈਵਾਨ ਇਸ ਸੰਕਟ ਵਿੱਚ ਯੂਕਰੇਨ ਦੇ ਨਾਲ ਖੜਾ ਹੈ। ਦੱਸਣਾ ਬਣਦਾ ਕਿ ਬੀਤੇ ਕੁਝ ਮਹੀਨਿਆਂ ਤੋਂ ਤਾਈਵਾਨ 'ਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਲਗਾਤਾਰ ਵਧੀਆਂ ਨੇ। ਚੀਨੀ ਲੜਾਕੂ ਜਹਾਜ਼ ਅਕਸਰ ਤਾਈਵਾਨੀ ਖੇਤਰ ਵਿੱਚ ਘੁਸਪੈਠ ਕਰਦੇ ਦੇਖੇ ਜਾ ਰਹੇ ਨੇ। ਬੀਤੇ ਸਾਲ ਸਤੰਬਰ ਤੋਂ ਚੀਨੀ ਲੜਾਕੂ ਜਹਾਜ਼ ਲਗਾਤਾਰ ਤਾਈਵਾਨ ਦੇ ਹਵਾਈ ਖੇਤਰ ਵਿੱਚ ਘੁਸਪੈਠ ਕਰ ਰਹੇ ਸੀ। ਤਾਈਵਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਫੌਜੀ ਜਹਾਜ਼ਾਂ ਨੇ ਬੀਤੇ 239 ਦਿਨਾਂ ਦੇ ਵਿੱਚ, ਤੁਸੀਂ ਆਪ ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ ਕਿੰਨੇ ਲਲਕਾਰੇ ਮਾਰ ਕੇ ਮੁੜੇ ਨੇ, ਕਿ 239 ਦਿਨਾਂ 'ਚ 961 ਵਾਰ ਚੀਨ ਦੇ ਜਹਾਜ਼ ਤਾਈਵਾਨ ਦੇ ਵਿੱਚ ਆਏ। ਤੇ ਦੂਸਰੇ ਪਾਸੇ ਅਮਰੀਕਾ ਤਾਈਵਾਨ ਦਾ ਫੌਜੀ ਸਾਜੋ ਸਮਾਨ ਦੇ ਵਿੱਚ ਲਗਾਤਾਰ ਮਦਦ ਕਰ ਰਿਹਾ ਤੇ ਹੁਣ ਵੀ ਉਹਨਾਂ ਦੇ ਕੁਝ ਆਲਾ ਅਫਸਰ ਤਾਈਵਾਨ ਦੇ ਵਿੱਚ ਪਹੁੰਚੇ ਹੋਏ ਨੇ। ਤੇ ਇੱਕ ਕਿਸਮ ਦੀ ਇਹ ਚੀਨ ਨੂੰ ਚੇਤਾਵਨੀ ਹੈ ਕਿ ਜੇਕਰ ਜਿਵੇਂ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ, ਤੁਸੀਂ ਤਾਈਵਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਆਪਣਾ ਪੜ੍ਹਿਆ ਵਿਚਾਰ ਲਿਓ। ਪਰ ਇਸ ਯੁੱਧ ਦੀ ਆੜ ਦੇ ਵਿੱਚ ਉਹਦਾ ਫਾਇਦਾ ਉਠਾ ਕੇ ਚੀਨ ਦੇ ਵਿਦੇਸ਼ ਮੰਤਰੀ ਦਾ ਬਿਆਨ ਵੇਖਿਆ ਜਾ ਰਿਹਾ, ਬਹੁਤ ਗੌਰ ਨਾਲ ਵੇਖਿਆ ਜਾ ਰਿਹਾ ਹੈ। ਇਹ ਕਹਿਣਾ ਕਿ ਅਸਲ ਦੇ ਵਿੱਚ ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਹੈ ਅਤੇ ਚੀਨ ਦੇ ਵਿੱਚ ਇਹ ਵਾਪਸ ਆਵੇਗਾ। ਸੋ ਇਸੇ ਤਰੀਕੇ ਨਾਲ ਇਹ ਆਲਮੀ ਸ਼ਾਂਤੀ ਨੂੰ ਖਤਰਾ ਪੈਦਾ ਕਰਨ ਵਾਲੇ ਬਿਆਨ ਨੇ, ਜਿਸ ਦੇ ਉੱਤੇ ਦੁਨੀਆ ਇਸ ਵਕਤ ਸਿਰ ਜੋੜ ਕੇ ਵਿਚਾਰਾਂ ਕਰ ਰਹੀ ਹੈ। ਉਜੜਨਾ ਕਿੰਨਾ ਕੁ ਔਖਾ ਹੈ ਜਾਂ ਕਿੰਨਾ ਸੁਖਾਲਾ ਹੈ,
ਕਹਿੰਦਾ ਜਦੋਂ ਕਦੇ ਬਾਪੂ ਗੱਲ ਕਰਦਾ ਹੈ ਉਜਾੜੇ ਦੀ, ਹੰਝੂਆਂ ਨਾਲ ਦਾੜੀ ਭਿੱਜ ਜਾਂਦੀ ਹੈ ਵਿਚਾਰੇ ਦੀ। ਜਿਹੜੇ ਲੋਕ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਇਧਰੋਂ ਉਧਰ ਤੇ ਉਧਰੋਂ ਇਧਰ ਆਏ ਨੇ, ਹਾਲਾਂਕਿ ਉਸ ਵਕਤ ਬੰਬ ਬੰਦੂਕਾਂ ਨਹੀਂ ਸੀ ਚੱਲ ਰਹੀਆਂ, ਉਸ ਵਕਤ ਕਿਸੇ ਦੂਸਰੇ ਮੁਲਕ ਨੇ ਹਮਲਾ ਨਹੀਂ ਸੀ ਕੀਤਾ ਹੋਇਆ, ਪਰ ਆਪਣਿਆਂ ਦੇ ਖੂਨ ਦੇ ਵੈਰੀ ਬਣੇ ਸੀ, ਤਾਂ ਵੀ ਲੱਖਾਂ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਸੀ। ਉਹਨਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ ਸੀ। ਇਹ ਉਜਾੜਾ ਕਦੇ ਨਾ ਹੋਵੇ ਕਿਸੇ ਦਾ, ਕਿਉਂਕਿ ਤੀਲੇ ਤੀਲੇ ਚੁਣ ਕੇ ਇਨਸਾਨ ਘਰ ਬਣਾਉਂਦਾ ਹੈ, ਪਰ ਆਪ ਛੱਡ ਕੇ ਆਉਣਾ ਪਵੇ, ਪਰ ਇਹ ਵੀ ਨਾ ਪਤਾ ਹੋਵੇ ਕਿ ਵਾਪਸ ਪਰਤ ਗਿਆ ਇੱਥੇ ਘਰ ਹੋਵੇਗਾ ਜਾਂ ਮਲਬਾ, ਮੇਰੇ ਆਪਣੇ ਹੋਣਗੇ ਜਾਂ ਨਹੀਂ। ਇਸੇ ਤਰ੍ਹਾਂ ਦੀਆਂ ਦਾਸਤਾਂ ਬਹੁਤ ਦੁਖਦ ਹੈ। ਮਾਸੂਮਾ ਤਾਜ਼ਿਕ ਬੀਤੇ ਅਗਸਤ ਦੇ ਵਿੱਚ ਅਫਗਾਨਿਸਤਾਨ ਤੋਂ ਤਾਲਿਬਾਨ ਹਕੂਮਤ ਤੋਂ ਭੱਜਦੀ ਹੈ, ਭਾਵ ਅਫਗਾਨਿਸਤਾਨ ਛੱਡਦੀ ਹੈ, ਤੇ 22 ਵਰਿਆਂ ਦੀ ਮੁਟਿਆਰ 22 ਵਰਿਆਂ ਦੀ ਉਮਰ ਦੇ ਵਿੱਚ ਬੈਕ ਪੈਕ ਦੇ ਨਾਲ ਯੂਕਰੇਨ ਆਉਂਦੀ ਆ। ਹੋਰ ਕੁਛ ਨਹੀਂ, ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਪਿੱਠੂ ਬੈਗ ਹੁੰਦਾ ਉਹ 'ਚ ਕਿੰਨਾ ਕੁ ਸਮਾਨ ਲਿਆਂਦਾ ਹੋਣਾ ਹੈ। ਉਸ ਬੈਕ ਪੈਕ ਦੇ ਨਾਲ ਅਫਗਾਨਿਸਤਾਨ ਦੇ ਵਿੱਚੋਂ ਅਗਸਤ ਮਹੀਨੇ ਉੱਜੜ ਕੇ ਯੂਕਰੇਨ ਦੀ ਧਰਤੀ ਤੇ ਆਉਂਦੀ ਹੈ ਸੁਨਹਿਰੇ ਭਵਿੱਖ ਦੀ ਆਸ ਵਿੱਚ। ਇਹ ਸਭ ਕਾਸੇ ਦੇ ਵਿੱਚ ਉਹ ਪਰਿਵਾਰ ਨਹੀਂ ਸੀ ਨਾਲ ਲਿਆ ਸਕੀ, ਇਕੱਲੀ ਆਈ ਸੀ, ਪਰਿਵਾਰ ਅਫਗਾਨਿਸਤਾਨ ਵਿੱਚ ਰੁਲ ਗਿਆ ਸੀ। ਤੇ ਪਿਛਲੇ ਹਫ਼ਤੇ ਉਸ ਨੂੰ ਪਿਛਲੇ 6 ਮਹੀਨਿਆਂ ਦੇ ਵਿੱਚ ਯੂਕਰੇਨ ਦੇ ਵਿੱਚ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਜਿਹੜੀ ਲੀਹ ਤੇ ਚੜ੍ਹ ਰਹੀ ਸੀ ਉਹ ਫੇਰ ਛੱਡਣੀ ਪਈ। ਤੇ ਇੱਕ ਵਾਰ ਉਹਦੇ ਕੋਲ ਹੁਣ ਫੇਰ ਹੋਰ ਕੋਈ ਚੀਜ਼ ਨਹੀਂ ਸੀ, ਉਹੀ ਬੈਕਪੈਕ ਫੇਰ ਉਹਦੇ ਕੋਲ, ਤੇ ਫਿਰ ਯੂਕਰੇਨ ਵੀ ਛੱਡਣਾ ਪੈ ਗਿਆ। ਤੇ ਉਹਨੇ ਇਹ ਵੀ ਦੱਸਿਆ ਕਿ ਬੀਤੀਆਂ ਕਈਆਂ ਰਾਤਾਂ ਤੋਂ ਨਾ ਤਾਂ ਉਹ ਸੁੱਤੀ ਹੈ, ਥੱਕੀ ਹੋਈ ਬਹੁਤ ਹੈ, ਤੇ ਨਾਲੇ ਭੁੱਖੀ ਹੈ, ਖਾਧਾ ਕੁਛ ਨਹੀਂ। ਸਰਹੱਦ ਤੱਕ ਪਹੁੰਚਣ ਲਈ ਉਸ ਨੂੰ ਲਵੀਵ ਤੋਂ ਬਾਹਰ ਜਾਣ ਦਾ ਰਾਹ ਲੱਭਣਾ ਪਿਆ, ਕਿਉਂਕਿ ਉਹ ਜਾਣਕਾਰ ਨਹੀਂ, ਜਿਓਗ੍ਰਾਫੀਕਲੀ ਸਥਿਤੀ ਕੀ ਹੈ ਨਹੀਂ ਜਾਣਦੀ। 6 ਮਹੀਨੇ ਹੋਏ ਸੀ ਯੂਕਰੇਨ ਦੇ ਵਿੱਚ ਗਈ ਨੂੰ। ਆਖਰਕਾਰ ਤਾਜ਼ਿਕ ਵਲੰਟੀਅਰਸ ਦੀ ਮਦਦ ਦੇ ਨਾਲ ਪੋਲੈਂਡ ਦੇ ਵਿੱਚ ਪਹੁੰਚਣ 'ਚ ਹੁਣ ਕਾਮਯਾਬ ਹੋ ਗਈ ਹੈ। 6 ਮਹੀਨਿਆਂ ਦੇ ਵਿੱਚ ਤੀਸਰਾ ਮੁਲਕ। ਹੁਣ ਪੁੱਤਰ ਨੂੰ ਕੋਈ ਪੁੱਛੇ ਕਿ ਭਾਈ ਉਹਦਾ ਕਸੂਰ ਕੀ ਸੀ। ਇਸੇ ਦੌਰਾਨ ਕੈਨੇਡਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਯੂਕਰੇਨ ਦੇ ਵਿੱਚੋਂ ਜਿਹੜੇ ਲੋਕ ਕੈਨੇਡਾ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਫਟਾਫਟ ਲਿਆਂਦਾ ਜਾਊ, 2 ਸਾਲ ਦਾ ਵਿਜ਼ਟਰ ਵੀਜ਼ਾ ਦਿੱਤਾ ਜਾਊ, ਭਾਵ ਉਹ ਰਿਫਿਊਜੀ ਕੈਟਾਗਰੀ 'ਚ ਨਹੀਂ ਹੋਣਗੇ। ਪਰ ਅੱਜ ਤੱਕ ਇਹ ਕਦੀ ਵੀ ਨਹੀਂ ਸੀ ਹੋਇਆ ਕਿ ਵਿਜ਼ਟਰ ਆਵੇ ਤੇ ਉਹਨੂੰ ਵਰਕ ਪਰਮਿਟ ਮਿਲੇ। ਪਹੁੰਚਦੇ ਸਾਰ ਕੈਨੇਡਾ 'ਚ ਵਰਕ ਪਰਮਿਟ ਮਿਲੇਗਾ, ਪਰ 2 ਸਾਲਾਂ ਬਾਅਦ ਜੇਕਰ ਅਮਨ ਅਮਾਨ ਹੁੰਦਾ ਤਾਂ ਵਾਪਸ ਪਰਤ ਸਕਣਗੇ, ਭਾਵ ਉਹ ਇੱਥੇ ਵਿਜ਼ਟਰ ਹੋਣਗੇ। ਹੁਣ ਜਿਹੜੀ ਇਹ ਸੂਚਨਾ ਦਿੱਤੀ ਹੈ ਉਹਦੇ ਤੋਂ ਬਾਅਦ ਆਹ ਜਿਹੜੇ ਲੋਕ ਨੇ ਕਿ ਆਰਜ਼ੀ ਤੌਰ ਤੇ ਤੋਂ ਆ ਸਕਦੇ ਆ, 2 ਸਾਲ ਕੈਨੇਡਾ 'ਚੋਂ ਬਿਤਾ ਸਕਦੇ ਆ, 2 ਸਾਲ ਇੱਥੇ ਕੰਮ ਕਰ ਸਕਦੇ ਆ, ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਸ਼ੌਨ ਫਰੇਜ਼ਰ, ਉਹਨਾਂ ਨੇ ਆਖਿਆ ਸੀ ਕਿ ਭਾਈ ਇਸ ਤਰੀਕੇ ਨਾਲ ਅਸੀਂ ਫੌਰੀ ਤੌਰ ਤੇ ਛੇਤੀ ਤੌਰ ਤੇ ਉੱਥੋਂ ਉੱਜੜ ਚੁੱਕੇ ਲੋਕਾਂ ਨੂੰ ਕੈਨੇਡਾ ਲਿਆਵਾਂਗੇ। ਪਰ ਤਾਜ਼ਿਕ ਹੁਣ ਕੀ ਕਰੂ, ਕਿਉਂਕਿ ਤਾਜ਼ਿਕ ਉਸ ਕੈਟਾਗਰੀ ਵਿੱਚ ਆਉਂਦੀ ਨਹੀਂ। ਇਹ ਜਿਹੜਾ ਕਾਨੂੰਨ ਬਣਿਆ ਉਹ ਜਿਹੜੇ ਯੂਕਰੇਨ ਦੇ ਲੋਕ ਨੇ, ਜਿਹੜੇ ਯੂਕਰੇਨੀ ਲੋਕ ਉੱਜੜੇ ਨੇ, ਜਿਨ੍ਹਾਂ ਦਾ ਘਰ-ਬਾਰ ਤਬਾਹ ਹੋ ਗਿਆ, ਉਹ ਕੈਨੇਡਾ ਆ ਸਕਣਗੇ। ਤਾਜ਼ਿਕ ਨੇ ਆਖਿਆ ਕਿ ਕੈਨੇਡਾ ਵੀ ਤੇ ਕਈ ਹੋਰ ਮੁਲਕ ਵੀ ਉਹਨਾਂ ਤੋਂ ਕਿਸੇ ਚੰਗੇ ਪ੍ਰੋਗਰਾਮ ਦੀ ਉਮੀਦ ਸੀ, ਪਰ ਜਿਹੜਾ ਆ ਨਵਾਂ ਤੇ ਚੰਗਾ ਪ੍ਰੋਗਰਾਮ ਕੈਨੇਡਾ ਨੇ ਆਪਣੀ ਜਾਚੇ ਬਣਾਇਆ ਕਿ ਫੌਰੀ ਤੌਰ ਤੇ ਲਿਆਂਦਾ ਜਾ ਸਕੇ, ਕੰਮ ਵੀ ਦਿੱਤਾ ਜਾ ਸਕੇ। ਪਰ ਤਾਜ਼ਿਕ ਵਰਗੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਤੇ ਇਹ ਕਾਨੂੰਨ ਲਾਗੂ ਨਹੀਂ ਹੋਣਾ। ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸਿਰਫ ਯੂਕਰੇਨ ਦੇ ਨਾਗਰਿਕਾਂ ਲਈ ਉਪਲਬਧ ਹੈ। ਗੈਰ ਨਾਗਰਿਕ ਵੀ ਜੇ ਇਮੀਗ੍ਰੇਸ਼ਨ ਦੇ ਹੋਰਨਾਂ ਰਸਤਿਆਂ ਨਾਲ ਕੈਨੇਡਾ ਆਉਣ ਵਾਸਤੇ ਅਪਲਾਈ ਕਰਦੇ ਹੈ ਤਾਂ ਇਹ ਨਹੀਂ ਕਿ ਉਹਨਾਂ ਨੂੰ ਡਿਨਾਈ ਕੀਤਾ ਜਾਊ, ਪਹਿਲ ਉਹਨਾਂ ਨੂੰ ਵੀ ਦਿੱਤੀ ਜਾਊਗੀ, ਉਹਨਾਂ ਨੂੰ ਵੀ ਕੈਨੇਡਾ ਲਿਆਂਦਾ ਜਾਊ। ਇਹਦੇ ਉੱਤੇ ਕਈ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਹਿੰਸਾ ਤੋਂ ਭੱਜਣ ਵਿੱਚ ਮਦਦ ਦੀ ਗੱਲ ਹੋਵੇ ਤਾਂ ਕਿਸੇ ਦੀ ਨਾਗਰਿਕਤਾ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਚਾਹੀਦਾ। ਇਸੇ ਦੌਰਾਨ ਕੈਨੇਡੀਅਨ ਕਾਉਂਸਲ ਫਾਰ ਰਿਫਿਊਜੀਜ਼ ਨੇ ਆਖਿਆ ਕਿ ਯੂਕਰੇਨ ਵਿੱਚ ਰਹਿਣ ਵਾਲੇ ਰਿਫਿਊਜੀਆਂ ਦੀ ਹਾਲਤ ਤਾਂ ਹੋਰ ਵੀ ਬਦਤਰ ਹੋ ਗਈ ਹੈ। ਇਹ ਵੀ ਆਖਿਆ ਗਿਆ ਕਿ ਇਸ ਬਾਰੇ ਸਾਰੇ ਦੇਸ਼ਾਂ ਨੂੰ ਜ਼ਰੂਰ ਕੁਝ ਨਾ ਕੁਝ ਸੋਚ ਲੈਣਾ ਚਾਹੀਦਾ ਹੈ। ਪਰ ਇਸ ਵਕਤ ਹਾਲਾਤ ਬਦ ਤੋਂ ਬਦਤਰ ਹੋ ਰਹੇ ਨੇ। ਪਰ ਹੁਣ ਤਾਜ਼ਿਕ ਵਰਗੇ ਅਨੇਕਾਂ ਲੋਕ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਮਸਾਂ ਲੀਹ ਤੇ ਚੜ੍ਹਨ ਲੱਗੀ ਸੀ ਔਰ ਲੀਹ ਤੋਂ ਫਿਰ ਉਤਰ ਗਈ ਹੈ। ਤੇ ਅਗਲੀ ਖਬਰ ਸੱਚਮੁੱਚ ਬਹੁਤ ਵੱਡੀ ਖਬਰ ਹੈ। ਕੁਝ ਲੋਕ ਨੇ ਉਹਨਾਂ ਦੇ ਬਿਆਨ ਅਕਸਰ ਚਰਚਾ 'ਚ ਰਹਿੰਦੇ ਨੇ ਤੇ ਆਪਣੇ ਬਿਆਨਾਂ ਦੇ ਕਾਰਨ ਚਰਚਾ 'ਚ ਰਹਿਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਕ, ਉਹਨਾਂ ਦਾ ਇੱਕ ਬਿਆਨ ਫਿਰ ਤੋਂ ਚਰਚਾ 'ਚ ਹੈ।
ਮਲਕ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਕੁਝ ਮਿੱਤਰ ਨੇ, ਉਹਨਾਂ ਮਿੱਤਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਭਾਜਪਾ ਦੀ ਆਲੋਚਨਾ ਕਰਨੀ ਬੰਦ ਕਰ ਦਿਓ। ਜੇਕਰ ਤੁਸੀਂ ਚੁੱਪ ਰਹੋਗੇ, ਭਾਜਪਾ ਦੀ ਆਲੋਚਨਾ ਨਹੀਂ ਕਰੋਗੇ, ਤਾਂ ਇਹਦੇ ਬਦਲੇ ਤੁਹਾਨੂੰ ਮਿਲੂ ਕੀ। ਉਹ ਕਹਿੰਦੇ ਜੇ ਤੁਸੀਂ ਚੁੱਪ ਕਰਕੇ ਭਾਜਪਾ ਦੀ ਆਲੋਚਨਾ ਬੰਦ ਕਰਤੀ ਤਾਂ ਤੁਸੀਂ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਵੀ ਬਣ ਸਕਦੇ ਹੋ। ਪਰ ਮਲਕ ਕਹਿੰਦੇ ਮੈਂ ਕਿਹਾ ਵੀ ਮੈਨੂੰ ਇਹਨਾਂ ਅਹੁਦਿਆਂ ਦੀ ਕੋਈ ਪਰਵਾਹ ਨਹੀਂ। ਮਲਕ ਕਹਿੰਦੇ ਮੈਂ ਕਿਹਾ ਮੈਨੂੰ ਆ ਜਿਹੜਾ ਰਾਜਪਾਲ ਦਾ ਅਹੁਦਾ ਵੀ ਹੈ ਇਹ ਵੀ ਕੋਈ ਮਹੱਤਤਾ ਨਹੀਂ ਰੱਖਦਾ। ਅਸਲ ਦੇ ਵਿੱਚ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਕ ਕੰਡੇਲਾ ਪਿੰਡ ਵਿੱਚ ਕੰਡੇਲਾ ਖਾਪ ਤੇ ਇੱਕ ਹੋਰ ਖਾਪ ਪੰਚਾਇਤ ਸੀ, ਬਾਜਰਾ ਖਾਪ, ਉਹਨਾਂ ਦੇ ਵੱਲੋਂ ਇੱਕ ਕਿਸਾਨ ਸਨਮਾਨ ਸੰਮੇਲਨ ਕਰਵਾਇਆ ਗਿਆ ਸੀ। ਉਹਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਸੀ ਸੱਤਿਆਪਾਲ ਮਲਕ। ਸੱਤਿਆਪਾਲ ਮਲਕ ਨੇ ਉੱਥੇ ਕਿਸਾਨਾਂ ਦੇ ਨਾਮ ਇੱਕ ਸੁਨੇਹਾ ਦਿੱਤਾ। ਉਹ ਕਹਿੰਦੇ ਹੁਣ ਸੱਤਾ ਬਦਲਣ ਵਾਸਤੇ ਇਕਜੁੱਟ ਹੋ ਜਾਓ ਕਿਸਾਨੋ, ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਬਣਾਓ ਜੋ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖੇ। ਉਹਨਾਂ ਕੋਲੋਂ ਲੋਕੋ ਤੁਹਾਨੂੰ ਕੁਝ ਮੰਗਣਾ ਨਾ ਪਵੇ, ਦੱਸਣਾ ਨਾ ਪਵੇ ਕਿ ਸਾਨੂੰ ਕੀ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਸੱਤਿਆਪਾਲ ਮਲਕ ਨੇ ਜਦੋਂ ਖੇਤੀ ਦੇ ਕਾਨੂੰਨ ਬਣਾਏ ਸੀ ਕੇਂਦਰ ਸਰਕਾਰ ਨੇ, ਉਹਦੇ ਵਿਰੁੱਧ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ। ਉਸ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਅਤੇ ਕੇਂਦਰ ਦੀ ਐਨਡੀਏ ਸਰਕਾਰ ਦੀ ਲਗਾਤਾਰ ਨਿਖੇਧੀ ਵੀ ਕਰਦੇ ਰਹੇ। ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਮਲਕ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਅੱਧਾ ਅਧੂਰਾ ਸਮਝੌਤਾ ਕੀਤਾ ਉਹਨਾਂ ਦੇ ਨਾਲ, ਉਹਨਾਂ ਨੂੰ ਧਰਨੇ ਤੋਂ ਉਠਾ ਦਿੱਤਾ, ਪਰ ਮਸਲਾ ਅੱਜ ਵੀ ਉੱਥੇ ਖੜਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦਾ ਇੱਕ ਦੋਸਤ ਹੈ, ਪਾਣੀਪਤ ਦੇ ਵਿੱਚ 50 ਏਕੜ ਦੇ ਵਿੱਚ ਉਹਨੇ ਗੋਦਾਮ ਬਣਾਇਆ, ਸਸਤੇ ਭਾਅ ਕਣਕ ਖਰੀਦ ਦਾ ਸੁਪਨਾ ਪਾਲੀ ਬੈਠਾ ਹੈ। ਇਹ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਉਹਨਾਂ ਦੇ ਦੋਸਤਾਂ ਨੇ ਬਿਆਨ ਜਾਂ ਇਸ ਤਰ੍ਹਾਂ ਦੇ ਗੋਦਾਮ ਬਣਾਏ ਹੋਣਗੇ। ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਦਾ ਨਿਵਾਸ ਕਿਸਾਨਾਂ ਦੇ ਧਰਨੇ ਵਾਲੇ ਸਥਾਨ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਸੀ। ਕਿਸਾਨ 382 ਦਿਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਰਹੇ, ਕਿਸਾਨ ਆਪਣੀਆਂ ਜਾਨਾਂ ਗਵਾਉਂਦੇ ਰਹੇ, ਪਰ ਸਰਕਾਰ ਵੱਲੋਂ ਨਾ ਕੋਈ ਹਮਦਰਦੀ, ਨਾ ਉਹਨਾਂ ਨਾਲ ਆ ਕੇ ਕੋਈ ਮੁਲਾਕਾਤ ਕੀਤੀ ਗਈ। ਉਹਨਾਂ ਕਿਹਾ ਕਿ ਕਦੇ ਅਸੂਲਾਂ ਨਾਲ ਸਮਝੌਤਾ ਨਹੀਂ ਮੈਂ ਕੀਤਾ, ਅਹੁਦਿਆਂ ਦੀ ਮੈਂ ਕਦੇ ਪਰਵਾਹ ਨਹੀਂ ਕੀਤੀ, ਇਸੇ ਕਰਕੇ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਰਾਜਪਾਲ ਦਾ ਮੇਰਾ ਕਾਰਜਕਾਲ ਖਤਮ ਹੋ ਜਾਣ ਦਿਓ, ਕਾਰਜਕਾਲ ਖਤਮ ਹੋਣ ਤੋਂ ਬਾਅਦ ਮੈਂ ਪੂਰੇ ਮੁਲਕ ਦਾ ਦੌਰਾ ਕਰੂੰ, ਕਿਸਾਨਾਂ ਨੂੰ ਇਕਜੁੱਟ ਕਰੂੰ। ਉਹਨਾਂ ਨੂੰ ਪੁੱਛਿਆ ਕਿ 26 ਜਨਵਰੀ ਜਦੋਂ ਟਰੈਕਟਰ ਪਰੇਡ ਕੱਢੀ ਗਈ ਸੀ, ਕੁਝ ਕਿਸਾਨ ਲਾਲ ਕਿਲੇ ਚਲੇ ਗਏ ਸੀ, ਉੱਥੇ ਨਿਸ਼ਾਨ ਸਾਹਿਬ ਚਲਾ ਦਿੱਤਾ ਸੀ। ਉਹ ਕਹਿੰਦੇ ਬਿਲਕੁਲ ਗਲਤ ਨਹੀਂ ਸੀ ਕੀਤਾ ਕਿਸਾਨਾਂ ਨੇ, ਪਰ ਉਹਨਾਂ ਨੂੰ ਦੋਸ਼ੀ ਜਾਂ ਗਲਤ ਠਹਿਰਾਇਆ ਜਾਣ ਕੇ ਕਿਹਾ। ਪਰ ਹੁਣ ਇਹ ਜਿਹੜੇ ਬਿਆਨ ਨੇ ਸੱਚਮੁੱਚ ਮਹੱਤਵਪੂਰਨ ਨੇ, ਪਰ ਕੀ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਨੇ ਉਹ ਤਾਂ ਕਾਰਜਕਾਲ ਦੀ ਸਮਾਪਤੀ ਦੀ ਉਡੀਕ ਕਰਦੇ ਆ। ਪਰ ਕੁਝ ਲੋਕ ਕਹਿੰਦੇ ਆ ਕਿ ਬਦਲੀਆਂ ਤਾਂ ਮਲਕ ਸਾਹਿਬ ਦੀਆਂ ਬਹੁਤ ਥਾਵਾਂ ਤੋਂ ਹੋਈਆਂ ਨੇ, ਕੀ ਕਾਰਜਕਾਲ ਇਹਨਾਂ ਦਾ ਪੂਰਾ ਹੋਣ ਦਿੱਤਾ ਜਾਵੇਗਾ ਜਾਂ ਨਹੀਂ। ਸੱਚਮੁੱਚ ਸਮੇਂ-ਸਮੇਂ ਤੇ ਬਹੁਤ ਸਾਰੇ ਮੀਡੀਆ ਆਊਟਲੈਟਸ ਵੀ ਕਹਿੰਦੇ ਨੇ ਕਿ ਆਪਣੇ ਉਮੀਦਵਾਰ ਚੰਗੇ ਜਿਹੜੇ ਹੋਣ ਉਹਨਾਂ ਨੂੰ ਚੁਣਨਾ ਸਿੱਖੋ, ਜਿਹੜੇ ਤੁਹਾਡੇ ਹੱਕ 'ਚ, ਜਿਹੜੇ ਤੁਹਾਡੇ ਹਿੱਤ 'ਚ ਹਾਦਾ ਨਾਰਾ ਨਹੀਂ ਮਾਰਦੇ, ਵਾਰ-ਵਾਰ ਉਹਨਾਂ ਨੂੰ ਜਿਤਾਓ ਨਾ। ਤਕਰੀਬਨ ਇਸੇ ਤਰ੍ਹਾਂ ਦਾ ਹੋਕਾ ਸੱਤਿਆਪਾਲ ਮਲਕ ਨੇ ਦਿੱਤਾ ਹੈ। ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤਾਂ ਹੋ ਹਟੀਆਂ ਨੇ, ਨਤੀਜੇ 10 ਮਾਰਚ ਨੂੰ ਆ ਜਾਣੇ ਨੇ, ਪਰ ਹੁਣ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਸਮੇਤ 6 ਸੂਬਿਆਂ ਦੀਆਂ 13 ਰਾਜ ਸਭਾ ਜਿਹੜੀਆਂ ਸੀਟਾਂ ਨੇ ਉਹਨਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਚੋਣ ਕਰਨੀ ਹੈ। ਚੋਣ ਕਮਿਸ਼ਨ ਦੇ ਵੱਲੋਂ 31 ਮਾਰਚ ਨੂੰ 6 ਰਾਜਾਂ ਦੀਆਂ 13 ਰਾਜ ਸਭਾ ਸੀਟਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਦੀ ਚੋਣ 31 ਮਾਰਚ ਨੂੰ ਹੋਵੇਗੀ। ਦੱਸਣਾ ਬਣਦਾ ਕਿ ਪੰਜਾਬ ਦੀਆਂ 5 ਰਾਜ ਸਭਾ ਸੀਟਾਂ, ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਸ਼ਵੇਤ ਮਲਕ, ਨਰੇਸ਼ ਗੁਜਰਾਲ ਅਤੇ ਸ਼ਮਸ਼ੇਰ ਸਿੰਘ ਦੂਲੋਂ, ਇਹ ਰਾਜ ਸਭਾ ਮੈਂਬਰ ਨੇ ਅਤੇ ਇਹਨਾਂ ਦੇ ਕਾਰਜਕਾਲ ਦੀ ਮਿਆਦ 9 ਅਪ੍ਰੈਲ ਤੇ 2022 ਨੂੰ ਖਤਮ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬ ਦੇ ਵਿੱਚੋਂ ਭਰੀਆਂ ਜਾਣ ਵਾਲੀਆਂ 5 ਸੀਟਾਂ ਵਿੱਚੋਂ 3 ਇੱਕ ਚੋਣ ਕਰਵਾ ਕੇ ਅਤੇ ਦੂਜੀਆਂ 2 ਜਿਹੜੀਆਂ ਰਹਿ ਜਾਣਗੀਆਂ ਉਹ ਫਿਰ ਦੁਬਾਰਾ ਭਰ ਲਈਆਂ ਜਾਣਗੀਆਂ ਤੇ ਕੁਝ ਇੱਕ ਮਹੱਤਵਪੂਰਨ ਤਰੀਕਾਂ ਉਹਨਾਂ ਨੇ ਐਲਾਨੀਆਂ ਨੇ। ਨੋਟੀਫਿਕੇਸ਼ਨ ਦੇ ਅਨੁਸਾਰ ਉਮੀਦਵਾਰ ਵਾਲੀ ਨਾਮਜ਼ਦਗੀਆਂ ਭਰਨ ਦੀ ਆਖਰੀ ਜਿਹੜੀ ਮਿਤੀ ਹੋਏਗੀ ਉਹ 21 ਮਾਰਚ 2022 ਭਾਵ ਦਿਨ ਸੋਮਵਾਰ, 22 ਮਾਰਚ 2022 ਦਿਨ ਮੰਗਲਵਾਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕਰ ਲਈ ਜਾਵੇਗੀ
ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਾਰੀਖ 24 ਮਾਰਚ ਦਿਨ ਵੀਰਵਾਰ ਸਾਲ 2022 ਹੋਏਗਾ। ਇਹਦੇ ਤੋਂ ਇਲਾਵਾ ਉਮੀਦਵਾਰ ਦੀ ਚੋਣ 31 ਮਾਰਚ ਦਿਨ ਵੀਰਵਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਉਸੇ ਹੀ ਦਿਨ ਸ਼ਾਮ ਨੂੰ 5 ਵਜੇ ਚੋਣ ਦਾ ਨਤੀਜਾ ਐਲਾਨ ਦਿੱਤਾ ਜਾਏਗਾ। ਇਹ ਸਾਰੀ ਚੋਣ ਪ੍ਰਕਿਰਿਆ ਕਮਿਸ਼ਨ ਦੇ ਵੱਲੋਂ 2 ਅਪ੍ਰੈਲ 2022 ਭਾਵ ਸ਼ਨੀਚਰਵਾਰ ਬਣਦਾ ਉਸ ਦਿਨ ਉਹਦੇ ਤੋਂ ਪਹਿਲਾਂ ਪੂਰੀ ਕਰ ਦਿੱਤੀ ਜਾਵੇਗੀ। ਉਹਦੇ ਤੋਂ ਪਹਿਲਾਂ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆ ਜਾਣੇ ਨੇ ਔਰ ਪਹਿਲੀ ਵਾਰੀ ਹੋਊ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੀ ਰਹਿੰਦੀ ਹੈ। ਉਹਦੇ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਦੇ ਵਿੱਚ ਆਪਣਾ ਮੈਂਬਰ ਭੇਜਣ ਜਾਂ ਚੁਣਨ ਦਾ ਹੱਕ ਮਿਲ ਜਾਏਗਾ। ਹੁਣ ਨਤੀਜੇ ਹਾਲੇ 10 ਤਰੀਕ ਨੂੰ ਆਉਣੇ ਨੇ। ਖਬਰ ਮਿਲੀ ਹੈ ਕਿ ਨਤੀਜੇ ਜੋ ਮਰਜ਼ੀ ਹੋਣ ਪਰ ਭਾਰਤੀ ਜਨਤਾ ਪਾਰਟੀ ਨੇ ਪਲਾਨ ਆਪਣਾ ਪੰਜਾਬ ਦੇ ਵਾਸਤੇ ਤਿਆਰ ਕੀਤਾ ਹੋਇਆ ਹੈ। ਨਤੀਜੇ ਆਉਣੇ 10 ਤਰੀਕ ਨੂੰ। ਨਤੀਜੇ ਜਿਹੜੇ ਮਰਜ਼ੀ ਹੋਣ, ਭਾਜਪਾ ਹੁਣ ਸ਼੍ਰੋਮਣੀ ਅਕਾਲੀ ਦਲ ਮੁੜ ਗੱਠਜੋੜ ਕਰਨ ਦੇ ਮੂਡ ਵਿੱਚ ਨਹੀਂ ਜਾਪਦੀ। ਜਾਣਕਾਰਾਂ ਦੇ ਅਨੁਸਾਰ ਦਿੱਲੀ ਦੀ ਭਾਜਪਾ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਅਕਾਲੀ ਦਲ ਦੇ ਨਾਲ ਉਹਨਾਂ ਦੇ ਪੁਰਾਣੇ ਗੱਠਜੋੜ ਨੇ ਬੀਤੇ ਸਾਲਾਂ ਦੌਰਾਨ ਪੰਜਾਬ ਵਿੱਚ ਪਾਰਟੀ ਦੇ ਵਿਸਥਾਰ ਨੂੰ ਰੋਕ ਕੇ ਰੱਖਿਆ, ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਨਾ। 1997 ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 23 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਦੀ ਸੀ। ਅਕਾਲੀ ਦਲ 94 ਹਲਕਿਆਂ ਤੋਂ ਚੋਣ ਲੜਦਾ ਰਿਹਾ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ 10 ਤੋਂ ਅਤੇ ਭਾਜਪਾ 3 ਹਲਕਿਆਂ ਤੋਂ ਚੋਣ ਲੜਦੀ ਰਹੀ। ਕੇਂਦਰ ਨੇ ਕਾਨੂੰਨ ਬਣਾ ਦਿੱਤੇ ਖੇਤੀ ਦੇ। ਉਹਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਤੰਬਰ 2020 ਦੇ ਵਿੱਚ ਭਾਜਪਾ ਨਾਲੋਂ ਨਾਤਾ ਤੋੜਿਆ। ਪੰਜਾਬ ਉਹਨਾਂ ਰਾਜਾਂ ਵਿੱਚ ਪ੍ਰਮੁੱਖ ਤੌਰ ਤੇ ਸ਼ਾਮਲ ਹੈ ਜਿੱਥੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਸਥਾਰ ਤੇ ਨਜ਼ਰ ਰੱਖ ਰਹੀ ਹੈ। ਜਿਹੜੇ ਹੋਰ ਰਾਜ ਨੇ ਉਹਨਾਂ ਵਿੱਚ ਤੇਲੰਗਾਨਾ ਵੀ ਹੈ, ਕੇਰਲਾ ਵੀ ਹੈ, ਤਾਮਿਲਨਾਡੂ ਵੀ ਹੈ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੜੀਸਾ ਵੀ ਨੇ ਅਤੇ ਇਹ ਟੀਚੇ ਉਹਨਾਂ ਲਈ ਚੁਣੌਤੀਪੂਰਨ ਨੇ ਪਰ ਉਹ ਪੰਜਾਬ ਦੇ ਉੱਤੇ ਕਾਬਜ਼ ਜ਼ਰੂਰ ਹੋਣਾ ਚਾਹੁੰਦੇ ਹੈ। ਖੇਤੀ ਕਾਨੂੰਨ ਜਦੋਂ ਬਣਾਏ, ਅੰਦੋਲਨ ਸ਼ੁਰੂ ਹੋਇਆ ਪੰਜਾਬ ਤੋਂ। ਅੰਦੋਲਨ ਦੌਰਾਨ ਭਾਜਪਾ ਆਪਣੇ ਆਪ ਨੂੰ ਬੈਕਫੁੱਟ ਤੇ ਮਹਿਸੂਸ ਕਰਦੀ ਰਹੀ। ਇੱਥੋਂ ਤੱਕ ਕਿ ਪੰਜਾਬ ਵਿੱਚ ਇੱਕ ਵੱਡੇ ਕੇਡਰ ਦੇ ਨਾਲ ਵੀ RSS ਵੀ ਨੁਕਸਾਨ ਨੂੰ ਰੋਕਣ ਦੇ ਵਿੱਚ ਅਸਫਲ ਰਹੀ। ਕੇਂਦਰ ਸਰਕਾਰ ਨੂੰ ਫਿਰ ਆਖਰਕਾਰ ਨਵੰਬਰ 2021 ਦੇ ਵਿੱਚ ਉਹ ਵਿਵਾਦਗ੍ਰਸਤ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਮਜਬੂਰ ਹੋਣਾ ਪਿਆ। ਬੀਤੇ ਦਿਨੀ ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਰੇ ਪਾਰਟੀ ਦੇ ਉਮੀਦਵਾਰਾਂ ਅਤੇ ਜਿਹੜੇ ਚੋਣ ਏਜੰਟਾਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ। ਮੀਟਿੰਗ ਕਰਕੇ ਇਹ ਚੁਣਾਵੀ ਚਿੰਤਨ ਮੰਥਨ ਵੀ ਕੀਤਾ। ਚੋਣ ਨਤੀਜਿਆਂ ਤੋਂ ਪਹਿਲਾਂ ਭਾਜਪਾ ਨੇ ਪਾਰਟੀ ਉਮੀਦਵਾਰਾਂ ਤੋਂ ਫਿਰ ਚੋਣਾਂ ਦੀ ਫੀਡਬੈਕ ਵੀ ਲਈ। ਵੋਟਾਂ ਦੀ ਗਿਣਤੀ ਸੰਬੰਧੀ ਕੁਝ ਹਦਾਇਤਾਂ ਵੀ ਦਿੱਤੀਆਂ। ਭਾਜਪਾ ਨੇ ਪੰਜਾਬ ਦੇ ਵਿੱਚ ਇੰਚਾਰਜ ਲਾਏ ਸੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ। ਗਜੇਂਦਰ ਸ਼ੇਖਾਵਤ ਨੇ ਪਾਰਟੀ ਉਮੀਦਵਾਰਾਂ ਤੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਨਤੀਜੇ ਆ ਜਾਣੇ 10 ਮਾਰਚ ਨੂੰ। ਨਤੀਜੇ ਜੋ ਵੀ ਆਉਣ, ਪਤਾ ਖੈਰ ਭਾਜਪਾ ਨੂੰ ਵੀ ਹੈ। ਉਹ ਕਹਿੰਦੇ ਨਤੀਜੇ 10 ਮਾਰਚ ਨੂੰ ਆ ਜਾਣਗੇ। 11 ਮਾਰਚ ਤੋਂ ਹੀ ਤੁਸੀਂ ਘਰੇ ਨਹੀਂ ਬੈਠਣਾ। 11 ਮਾਰਚ ਤੋਂ ਮਿਸ਼ਨ 2024 ਤਿਆਰੀ ਵਿੱਚ ਜੁਟ ਜਾਣਾ। ਉਹਨਾਂ ਨੇ ਆਪਣਾ ਪਲਾਨ ਤਿਆਰ ਕੀਤਾ ਹੈ, ਯੋਜਨਾ ਪੰਜਾਬ ਲਈ ਤਿਆਰ ਕੀਤੀ ਹੋਈ ਹੈ। ਨਤੀਜਿਆਂ ਦੀ ਪਰਵਾਹ ਨਹੀਂ ਕਰਨੀ। ਕੇਂਦਰੀ ਮੰਤਰੀ ਸ਼ੇਖਾਵਤ ਨੇ ਪੰਜਾਬ ਚੋਣਾਂ ਦੇ ਤਜਰਬੇ ਨੂੰ ਚੰਗਾ ਦੱਸਿਆ। ਇਹਨਾਂ ਚੋਣਾਂ ਵਿੱਚ ਪੰਜਾਬ 'ਚ ਉਹਨਾਂ ਨੇ ਕਿਹਾ ਕਿ ਅਸੀਂ ਬੀਜ ਦਿੱਤਾ ਹੈ ਤੇ ਹੁਣ ਇਹਨੂੰ ਬੋੜ ਬਣਾਉਣ ਦੇ ਵਾਸਤੇ ਪਾਰਟੀ ਦੇ ਆਗੂ ਅਤੇ ਵਰਕਰ ਦਿਨ ਰਾਤ ਇੱਕ ਕਰ ਦੇਣ। ਹੁਣ ਭਾਜਪਾ ਨੂੰ ਇਹ ਲੱਗਦਾ ਹੈ ਕਿ ਅਸੀਂ ਸੀਟ ਵੱਧ ਜਿੱਤੀਏ ਜਾਂ ਕੋਈ ਘੱਟ ਜਿੱਤੀਏ, ਪਰ ਪੰਜਾਬ ਦੇ ਵਿੱਚ ਆਪਣਾ ਆਧਾਰ ਬਣਾਉਣ ਲਈ ਸਿੱਖ ਪ੍ਰਚਾਰਕਾਂ ਨੂੰ ਜਿਹੜੇ ਉੱਥੇ ਦੇ ਡੇਰਾ ਨੇ, ਡੇਰਾ ਮੁਖੀਆਂ ਦੇ ਨਾਲ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹਦੇ ਉਹ ਕਹਿੰਦੇ ਨਤੀਜੇ 2024 ਚ ਚੰਗੇ ਲੱਭਣਗੇ। ਜਦੋਂ ਕਿ ਬਹੁਤ ਸਾਰੇ ਧਰਮ ਪ੍ਰਚਾਰਕ ਨੇ, ਜਿਹੜੇ ਅਧਿਆਤਮਿਕ ਆਗੂ ਨੇ, ਉਹ ਇਸ ਮਸਲੇ ਤੋਂ ਦੂਰ ਵੀ ਰਹੇ ਹੈ। ਭਾਜਪਾ ਜਿਹੜੇ ਉਦਾਰਵਾਦੀ ਸਿੱਖ ਨੇ ਉਹਨਾਂ ਆਗੂਆਂ ਦੇ ਨਾਲ ਵੀ ਮੇਲ ਮਿਲਾਪ ਕੀਤਾ। ਜਿਹੜੇ ਸਨਾਤਨੀ ਸਿੱਖ ਸੰਤ ਸਮਾਜ ਵਰਗੀਆਂ ਜਥੇਬੰਦੀਆਂ ਨੇ ਉਹਨਾਂ ਦੀ ਮਦਦ ਦੇ ਨਾਲ ਸਿੱਖ ਧਾਰਮਿਕ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕਰਨ ਦੇ ਇੱਛੁਕ ਦਿਖਾਈ ਦੇ ਰਹੇ ਨੇ। ਅਕਾਲੀ ਦਲ ਦੇ ਨਾਲ ਗੱਠਜੋੜ ਕਰਦਿਆਂ ਇਹ ਖੇਤਰ ਸੁਖਬੀਰ ਬਾਦਲ ਲਈ ਪਾਰਟੀ ਨੇ ਛੱਡਿਆ ਹੋਇਆ ਸੀ। ਇਸ ਸਮੇਂ ਚੋਣਾਂ ਲਈ ਭਾਜਪਾ ਨੇ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜੇ ਪ੍ਰਧਾਨ ਸਨ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਕੀਤੇ, ਸਾਬਕਾ ਅਕਾਲੀ ਵਿਧਾਇਕ ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ ਅਤੇ ਮਰਹੂਮ ਅਕਾਲੀ ਆਗੂ ਗੁਰਚਰਨ ਸਿੰਘ ਟੌੜਾ ਦੇ ਰਿਸ਼ਤੇਦਾਰ ਦੋਤੇ ਕੰਵਰਵੀਰ ਸਿੰਘ ਸਮੇਤ ਕਈ ਪੰਥਕ ਆਗੂਆਂ ਨੂੰ ਸ਼ਾਮਲ ਕੀਤਾ ਸੀ।
ਸੋ ਇਹਦੇ ਨਾਲ ਭਾਜਪਾ ਨੂੰ ਇਹ ਲੱਗਦਾ ਕਿ ਕੁਝ ਵੱਡੇ ਸਿੱਖ ਚਿਹਰੇ ਅਸੀਂ ਆਪਣੇ ਵਿੱਚ ਸ਼ਾਮਲ ਕੀਤੇ ਨੇ, ਜਿਹੜੇ ਭਾਵੇਂ ਇਹਨਾਂ ਚੋਣਾਂ ਵਿੱਚ ਸਮਾਂ ਘੱਟ ਸੀ ਉਹ ਕੋਈ ਚੰਗੀ ਕਾਰਗੁਜ਼ਾਰੀ ਨਾ ਕਰਕੇ ਦਿਖਾ ਸਕੇ ਹੋਣ, ਪਰ 2024 ਦੇ ਵਿੱਚ ਉਹਨਾਂ ਨੂੰ ਉਮੀਦ ਹੈ ਕਿ ਅਸੀਂ ਕਿਤੇ ਨਾ ਕਿਤੇ ਕੋਈ ਨਵਾਂ ਤੇ ਵਧੀਆ ਸਥਾਨ ਬਣਾਵਾਂਗੇ ਤੇ ਪਿੰਡਾਂ ਤੱਕ, ਕਿਉਂਕਿ ਪੇਂਡੂ ਵੋਟਰ ਤੱਕ ਭਾਜਪਾ ਨੂੰ ਲੱਗਦਾ ਸੀ ਕਿ ਅਕਾਲੀਆਂ ਦੇ ਕਰਕੇ ਸਾਡੀ ਅਪਰੋਚ ਹੋ ਨਾ ਸਕੀ। ਹੁਣ ਉਹਨਾਂ ਦਾ ਰੁਖ ਪਿੰਡਾਂ ਵੱਲ ਨੂੰ ਹੋਵੇਗਾ। ਹੁਣ ਪ੍ਰਚਾਰ ਕਰਦੇ ਰਹੇ ਇਹਨਾਂ ਚੋਣਾਂ ਦੇ ਦੌਰਾਨ ਪੰਜਾਬ ਦੀ ਇਕਾਈ ਨੇ ਉਚੇਚੇ ਤੌਰ ਤੇ ਭਾਜਪਾ ਦੀ ਲੀਡਰਸ਼ਿਪ ਦਾ ਧਿਆਨ ਦਿਵਾਇਆ ਕਿ ਸਿੱਖ ਵਸੋਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਹੈ। ਇਸ ਵਾਸਤੇ ਜਿਹੜਾ ਕੰਮ ਸਿੱਖਾਂ ਵਾਸਤੇ ਕੀਤਾ ਗਿਆ ਹੈ ਉਹ ਗੁਣਾਇਆ ਜਾਵੇ, ਜਿਵੇਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ, ਗੁਰਦੁਆਰਾ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ GST ਜਿਹੜੀ ਲੰਗਰ ਦੇ ਉੱਤੇ ਲੱਗੀ ਸੀ ਉਹ ਮੁਆਫੀ। ਇਹ ਸਮੇਂ-ਸਮੇਂ ਤੇ ਜ਼ਿਕਰ ਵੀ ਕਰਦੀ ਰਹੀ ਭਾਜਪਾ ਲੀਡਰਸ਼ਿਪ, ਤੇ ਜਿਹੜੀ ਪੰਜਾਬ ਦੀ ਇਕਾਈ ਸੀ ਉਹ ਦਲੀਲ ਦਿੰਦੀ ਰਹੀ ਕਿ ਜਿਹੜੇ ਸਿੱਖਾਂ ਲਈ ਕੰਮ ਭਾਜਪਾ ਨੇ ਕੀਤੇ ਉਹਦਾ ਸਿਹਰਾ ਅਕਾਲੀ ਦਲ ਆਪਣੇ ਸਿਰ ਬੰਨ੍ਹਦਾ ਰਿਹਾ। ਇਸ ਕਰਕੇ ਹੁਣ ਅਕਾਲੀਆਂ ਨਾਲੋਂ ਆਪਾਂ ਵੱਖਰੇ ਹੋ ਗਏ ਹਾਂ ਅਤੇ ਇਹ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰੀਏ ਤਾਂ ਕਿ 2024 ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਜਿੱਤ ਦਰਜ ਕਰ ਸਕੀਏ ਅਤੇ 22 ਤੋਂ ਬਾਅਦ 27 ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਗੁਜ਼ਾਰੀ ਕਰ ਸਕੇ। ਉਹਨਾਂ ਨੇ ਪਲਾਨ ਆਪਣਾ ਆਲਰੇਡੀ ਤਿਆਰ ਕੀਤਾ ਹੋਇਆ ਹੈ। ਹੁਣ ਨਤੀਜੇ 10 ਤਰੀਕ ਨੂੰ ਆਉਣੇ ਨੇ। ਜਿਹੜੇ ਕੱਲ ਐਗਜ਼ਿਟ ਪੋਲ ਆਏ ਨੇ ਉਹਨਾਂ ਨੇ ਇੱਕ ਗੱਲ ਤੈਅ ਕੀਤੀ ਹੈ ਕਿ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੂਗੀ ਆਮ ਆਦਮੀ ਪਾਰਟੀ। ਸਰਕਾਰ ਕੌਣ ਬਣਾਉਂਦੀ ਹੈ? ਇੱਕ ਦੋ ਐਗਜ਼ਿਟ ਪੋਲ ਇਹ ਨੇ ਜਿਸ ਦੇ ਵਿੱਚ ਤਾਂ ਬਹੁਮਤ ਦਿਖਾਇਆ ਆਮ ਆਦਮੀ ਪਾਰਟੀ ਨੂੰ, ਬਾਕੀ ਤਕਰੀਬਨ ਸਾਰਿਆਂ ਨੇ ਆਖਿਆ ਕਿ ਲੰਗੜੀ ਸਰਕਾਰ ਬਣ ਸਕਦੀ ਹੈ, ਕਿਸੇ ਵੀ ਪਾਰਟੀ ਕੋਲ ਲੋੜੀਂਦਾ ਬਹੁਮਤ ਆ ਨਹੀਂ ਸਕਦਾ। ਹੁਣ ਇਹ ਨਤੀਜੇ ਹਲੇ ਆਉਣੇ ਨੇ, ਪਰ ਸਾਰੀਆਂ ਸਿਆਸੀ ਧਿਰਾਂ ਆਪਣਾ ਗਣਿਤ ਸਿੱਧਾ ਕਰਨ ਲਈ ਹੁਣ ਜੋੜ ਤੋੜ ਕਰਨ ਵਿੱਚ ਰੁਚੀਆਂ ਹੋਈਆਂ ਨੇ। ਉਹ 'ਚ ਭਾਵੇਂ ਕਾਂਗਰਸ ਹੋਵੇ, ਆਪ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਹਾਲ ਦੀ ਘੜੀ ਦਾਅਵੇ ਵੀ ਸਾਰੀਆਂ ਕਰ ਰਹੀਆਂ ਨੇ ਕਿ ਬਹੁਮਤ ਉਹਨਾਂ ਨੂੰ ਮਿਲ ਜਾਣਾ, ਬਹੁਮਤ ਉਹਨਾਂ ਨੂੰ ਮਿਲ ਜਾਣਾ। ਨਤੀਜੇ ਜੋ ਵੀ ਹੋਣ ਇਹ ਤੈਅ ਹੈ ਕਿ ਇਹਦਾ ਅਸਰ ਕੌਮੀ ਰਾਜਨੀਤੀ ਤੇ ਜ਼ਰੂਰ ਪਊਗਾ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਸੰਭਾਵਨਾ ਹੈ ਉਹ ਇਹ ਹੈ ਕਿ ਕਿਸੇ ਵੀ ਪਾਰਟੀ ਨੂੰ ਸ਼ਾਇਦ ਬਹੁਮਤ ਨਾ ਮਿਲੇ। ਹੁਣ ਅਜਿਹੀਆਂ ਸਿਆਸੀ ਪਾਰਟੀਆਂ ਫਿਰ ਪਲਾਨ B ਦੇ ਉੱਤੇ ਅਗਲੀ ਸਰਕਾਰ ਲਈ ਗੱਠਜੋੜ ਤੇ ਵਿਚਾਰ ਕਰਨ ਲੱਗ ਪਈਆਂ। ਅਕਾਲੀ ਦਲ ਦੇ ਲਈ ਰਵਾਇਤੀ ਫਿਰਕੂ ਟਕਰਾਅ ਕਰਕੇ ਕਾਂਗਰਸ ਨਾਲ ਸਮਝੌਤਾ ਅਸੰਭਵ ਜਾਪਦਾ ਹੈ, ਪਰ ਪਾਰਟੀ ਹੋਰ ਕਿਹੜੀ ਬਚਦੀ ਹੈ ਫਿਰ? ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਦੌਰਾਨ ਸਾਰੀਆਂ ਰਵਾਇਤੀ ਤਰ੍ਹਾਂ ਭੰਡਦੀਆਂ ਰਹੀਆਂ, ਪਰ ਐਗਜ਼ਿਟ ਪੋਲ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਰਹੇ ਨੇ। ਇਹਦੇ ਕਰਕੇ ਖਬਰਾਂ ਨੇ ਕਿ ਭਾਵੇਂ ਕਾਂਗਰਸ ਦੇ ਨਾਲ ਤਾਂ ਉਹ ਗੱਠਜੋੜ ਨਾ ਕਰੇ, ਪਰ ਜੇ ਲੋੜ ਮਹਿਸੂਸ ਕੀਤੀ ਆਮ ਆਦਮੀ ਪਾਰਟੀ ਨਾਲ ਕੀ ਹੱਥ ਮਿਲਾਈਏ ਜਾਂ ਨਾ, ਇਹਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਤੇ ਭਾਜਪਾ ਤੇ ਅਕਾਲੀ ਦਲ ਕੀ ਦੁਬਾਰਾ ਗੱਠਜੋੜ ਕਰ ਸਕਦੇ ਆ? ਇਹ ਵੀ ਖਬਰ ਹੈ ਕਿ ਭਾਜਪਾ ਇਹਦੇ ਵਿੱਚ ਹੁਣ ਬਹੁਤੀ ਦਿਲਚਸਪੀ ਰੱਖਦੀ ਨਹੀਂ। ਸੁਖਬੀਰ ਬਾਦਲ ਦੀ ਅਕਾਲੀ ਪਾਰਟੀ ਵਾਸਤੇ ਇਹ ਕੋਈ ਚੰਗੀ ਖਬਰ ਨਹੀਂ, ਕਿਉਂਕਿ ਅਕਾਲੀ ਤੇ ਭਾਜਪਾ ਪੁਰਾਣੇ ਭਾਈਵਾਲ ਰਹੇ ਨੇ। ਚੋਣਾਂ ਤੋਂ ਬਾਅਦ ਇੱਕ ਦੂਸਰੇ ਨਾਲ ਗੱਠਜੋੜ ਦੀਆਂ ਪਹਿਲਾਂ ਖਬਰਾਂ ਵੀ ਮਿਲਦੀਆਂ ਰਹੀਆਂ, ਪਰ ਹੁਣ ਭਾਜਪਾ ਦੇ ਕੇਂਦਰੀ ਆਗੂ ਤੇ ਸੂਬਾ ਇਕਾਈ ਦੇ ਮਜ਼ਬੂਤ ਲੌਬੀ ਦੋਵੇਂ ਹੀ ਇਸ ਗੱਲ ਦੇ ਹੱਕ ਵਿੱਚ ਨਹੀਂ ਕਿ ਆਪਾਂ ਅਕਾਲੀਆਂ ਨਾਲ ਦੁਬਾਰਾ ਗੱਠਜੋੜ ਕਰੀਏ। ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹੈ। ਇਸ ਤਰ੍ਹਾਂ ਕਾਂਗਰਸੀ ਆਗੂ ਵੀ ਆਮ ਆਦਮੀ ਪਾਰਟੀ ਨਾਲ ਚੋਣਾਂ ਤੋਂ ਬਾਅਦ ਦਾ ਪ੍ਰਬੰਧ ਕਰਨ ਤੇ ਵਿਚਾਰ ਕਰ ਰਹੇ ਹੈ। ਬੀਤੇ ਦਿਨੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਆਖ ਦਿੱਤਾ ਸੀ ਕਿ ਜੇ ਲੋੜ ਪਈ ਤਾਂ ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਾਂਗੇ। ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਦੇ ਚੋਣ ਇੰਚਾਰਜ ਗਜਿੰਦਰ ਸ਼ੇਖਾਵਤ ਨੇ ਬੀਤੀ 3 ਤਰੀਕ ਨੂੰ 3 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪਾਰਟੀ ਪੰਜਾਬ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਦੇ ਨਾਲ ਇੱਕ ਰੋਜ਼ਾ ਸਮੀਖਿਆ ਮੀਟਿੰਗ ਕੀਤੀ ਸੀ। ਮੀਟਿੰਗ ਤੋਂ ਬਾਅਦ ਸ਼ੇਖਾਵਤ ਨੇ ਕਿਹਾ ਸੀ ਕਿ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ। ਅਕਾਲੀ ਦਲ ਨੇ ਵੀ ਜਵਾਬ ਦਿੱਤਾ ਸੀ ਕਿ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਗੇ ਤੇ ਕੇਂਦਰ ਦੇ ਅੱਗੇ ਝੁਕਣਗੇ ਨਹੀਂ। ਪਰ ਕੀ ਸੱਚਮੁੱਚ ਇਹ ਬਿਆਨ ਅਖਬਾਰਾਂ ਤੱਕ ਸੀਮਿਤ ਰਹਿਣਗੇ? ਜੇ ਸਿਚੁਏਸ਼ਨ ਇਸ ਤਰ੍ਹਾਂ ਦੀ ਬਣਦੀ ਹੈ, ਕੀ ਸੱਚਮੁੱਚ ਅਕਾਲੀ ਤੇ ਭਾਜਪਾ ਦੁਬਾਰਾ ਇਕੱਠੇ ਨਹੀਂ ਹੋ ਸਕਦੇ? ਕਿਉਂਕਿ ਸਿਆਸਤ ਵਿੱਚ ਹਮੇਸ਼ਾ ਸੰਭਾਵਨਾਵਾਂ ਰਹਿੰਦੀਆਂ ਨੇ, ਪਰ ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਸੁਖਬੀਰ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਬਹੁਤ ਵਧੀਆ ਕੰਮ ਨਹੀਂ ਕਰ ਰਿਹਾ। ਚੋਣਾਂ ਤੋਂ ਬਾਅਦ ਗੱਠਜੋੜ ਇੱਕ ਫੇਰ ਜ਼ਿੰਮੇਵਾਰੀ ਬਣ ਸਕਦੀ ਹੈ, ਖਾਸ ਕਰਕੇ 2024 ਦੀਆਂ ਆਮ ਚੋਣਾਂ ਦੇ ਵਿੱਚ,
भाजपा ने 2017 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਹੋਈਆਂ ਸੀ 23 ਹਲਕਿਆਂ ਤੋਂ ਚੋਣ ਲੜੀ ਸੀ, ਸਿਰਫ 3 ਤੇ ਜਿੱਤ ਦਰਜ ਕੀਤੀ ਸੀ। ਇੰਡੀਆ ਟੂਡੇ ਦੀ ਇੱਕ ਰਿਪੋਰਟ ਹੈ, ਰਿਪੋਰਟ 'ਚ ਭਾਜਪਾ ਦੇ ਇੱਕ ਵੱਡੇ ਆਗੂ ਨੇ ਇਹ ਹਵਾਲੇ ਨਾਲ ਉਹਨਾਂ ਦੇ ਹਵਾਲੇ ਨਾਲ ਖਬਰ ਲਿਖੀ ਹੈ ਕਿ ਅਸੀਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਾਂਗੇ। ਪਰ ਇੱਕ ਗੱਲ ਸਾਫ਼ ਹੈ ਕਿ ਪੰਜਾਬ 'ਚ ਭਾਜਪਾ ਦਾ ਵਿਸਥਾਰ ਹੋਏਗਾ, ਭਾਵ ਉਹਨਾਂ ਨੂੰ ਆਪਣਾ ਵੋਟ ਸ਼ੇਅਰ ਵੱਧ ਜਾਣ ਦੀ ਸੰਭਾਵਨਾ ਹੈ। ਹੁਣ ਭਾਜਪਾ ਦੀ ਜਿਹੜੀ ਪੰਜਾਬ ਦੀ ਇਕਾਈ ਆ ਉਹਦਾ ਇੱਕ ਵੱਡਾ ਵਰਗ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਕਰਨ ਦੇ ਹੱਕ 'ਚ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਮਜ਼ਬੂਤ ਪਾਰਟੀ ਇਸ ਵਕਤ ਆਮ ਆਦਮੀ ਪਾਰਟੀ ਬਣ ਕੇ ਉੱਭਰ ਰਹੀ ਹੈ। ਐਗਜ਼ਿਟ ਪੋਲ ਦੇ ਜਿਹੜੇ ਹੁਣ ਤੱਕ ਨਤੀਜੇ ਆਏ ਨੇ, ਉੱਥੇ ਹੀ ਭਾਜਪਾ ਦੇ ਸਹਿਯੋਗੀ ਨੇ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਾਲੇ, ਉਹ ਵੀ ਕਹਿੰਦੇ ਨੇ ਕਿ ਇਹ ਸ਼ਾਇਦ ਠੀਕ ਨਹੀਂ ਹੋਣਾ। ਭਾਜਪਾ ਹੈੱਡਕੁਆਟਰ 'ਚ ਇਹ ਤਰਕ ਹੈ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਆਪਣੇ ਗੜ੍ਹ ਮਾਲ ਵਿੱਚ ਆਪ ਅਤੇ ਕਾਂਗਰਸ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਸੁਖਵੀਰ ਨੂੰ ਹੋਣ ਦੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਦੀ ਪਾਰਟੀ ਸੱਭਿਆਚਾਰਕ ਵੋਟਰ ਆਧਾਰ ਨੂੰ ਕਾਇਮ ਰੱਖਣ ਦੇ ਵਿੱਚ ਸੰਘਰਸ਼ ਕਰ ਰਹੀ। ਪਰ ਹੁਣ ਕੁਝ ਇੱਕ ਜਿਹੜੇ ਐਗਜ਼ਿਟ ਪੋਲ ਆਏ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਤੇ ਕਾਂਗਰਸ ਦੀਆਂ ਚਿੰਤਾਵਾਂ ਵੀ ਵਧਾਈਆਂ ਨੇ ਕਿ ਚੋਣਾਂ ਤੋਂ ਐਨ ਪਹਿਲਾਂ ਡੇਰਾ ਸਿਰਸਾ ਦਾ ਜਿਹੜਾ ਹੁਕਮ ਸੀ ਕਿ ਭਾਜਪਾ ਤੇ ਅਕਾਲੀ ਦਲ ਦੀ ਮਦਦ ਕੀਤੀ ਜਾਵੇ, ਉਹਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਮਾਲ ਵਿੱਚ ਖੋਰਾ ਲੱਗਿਆ। ਪਰ ਇਹ ਸਾਰੀਆਂ ਇਸ ਵਕਤ ਕਿਆਸ ਰਾਈਆਂ ਨੇ। ਪਰ ਇੱਕ ਗੱਲ ਹੈ, ਹੋ ਸਕਦਾ ਕਿ ਬਹੁਤੇ ਜਿਹੜੇ ਰਣਨੀਤੀ ਘਾੜੇ ਨੇ ਉਹ ਇਹ ਵੀ ਦੱਸਦੇ ਨੇ ਕਿ ਜੇਕਰ 20-20, 25-25 ਸੀਟਾਂ ਸਾਰਿਆਂ ਨੂੰ ਆ ਗਈਆਂ ਤਾਂ ਹੋ ਸਕਦਾ ਕਿ ਅਕਾਲੀ ਵੀ, ਕਾਂਗਰਸ ਵੀ, ਭਾਜਪਾ ਵੀ ਇਕੱਠੇ ਹੋ ਜਾਣ ਕਿ ਆਮ ਆਦਮੀ ਪਾਰਟੀ ਨੂੰ ਆਪਾਂ ਹਕੂਮਤ ਨਹੀਂ ਕਰਨ ਦੇਣੀ, ਕਿਉਂਕਿ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ। ਪਰ ਕੋਈ ਨਹੀਂ, ਦਿਨ ਦੋ ਰਹਿੰਦੇ ਆ। ਸ਼ਾਇਦ ਪੰਜਾਬ ਦੇ ਵੋਟਰ ਇੰਨੇ ਕੁ ਸਿਆਣੇ ਹੋਣ ਕਿ ਇਸ ਤਰ੍ਹਾਂ ਦੀ ਨੌਬਤ ਕਿਸੇ ਨੂੰ ਆਉਣ ਹੀ ਨਾ ਦੇਣ। ਪਰ ਸਾਰੇ ਐਗਜ਼ਿਟ ਪੋਲ ਦੇ ਨਤੀਜੇ ਇਹ ਦੱਸਦੇ ਨੇ ਕਿ ਸੰਯੁਕਤ ਸਮਾਜ ਮੋਰਚਾ ਦਾ ਸ਼ਾਇਦ ਖਾਤਾ ਨਾ ਖੁੱਲੇ, ਪਰ ਨਾਲ ਇਹ ਵੀ ਦੱਸਦੇ ਨੇ ਕਿ ਸੰਯੁਕਤ ਸਮਾਜ ਮੋਰਚਾ ਦੇ ਕਾਰਨ ਭਾਜਪਾ ਦਾ ਬਾਕੀਆਂ ਦੇ 2-3 ਪਾਰਟੀਆਂ ਨਾਲ ਗੱਠਜੋੜ ਕਰਨ ਦੇ ਕਰਕੇ ਸ਼ਾਇਦ ਬਹੁਤ ਸਾਰੇ ਹਲਕੇ ਉਹ ਹੋਣਗੇ ਜਿੱਥੇ ਮਾਰਜਨ ਬਹੁਤ ਥੋੜਾ ਹੋਵੇਗਾ, ਬਹੁਤ ਸਾਰੀਆਂ ਸੀਟਾਂ ਹੋਣਗੀਆਂ ਜਿੱਥੇ ਜਿਹੜਾ ਜਿੱਤ ਹਾਰ ਦਾ ਫੈਸਲਾ 3000 ਤੋਂ ਘੱਟ ਵੋਟਾਂ ਦੇ ਨਾਲ ਹੋਵੇਗਾ। ਵੇਖਦੇ ਹਾਂ, 2 ਦਿਨ ਰਹਿੰਦੇ ਹੈ ਕਿ ਕਿਹੜੀ ਵੱਡੀ ਪਾਰਟੀ ਤੇ ਕਿਹੜੀ ਛੋਟੀ ਪਾਰਟੀ, ਕਿਹਨੂੰ ਬਹੁਮਤ ਮਿਲਦਾ ਜਾਂ ਕਿਸੇ ਨੂੰ ਵੀ ਨਹੀਂ ਮਿਲਦਾ। ਚੋਣ ਨਤੀਜਿਆਂ ਤੋਂ ਬਾਅਦ ਅਗਲੀ ਗੱਲਬਾਤ ਫਿਰ ਕਰਾਂਗੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।